सरकार ने ऐलान किया सीगा 5 सितंबर ਨੂੰ मुख मंत्री साहब ने ਉਹਦੇ ਵਿੱਚ ਇਕੱਲੇ ਸਿੱਖਿਆ ਪ੍ਰੋਵਾਈਡਰ ਨਹੀਂ ਸੀ, ਉਹਦੇ ਵਿੱਚ ਹੋਰ ਵੀ ਕੈਟਾਗਰੀ ਸੀਗੀਆਂ ਜਿਨ੍ਹਾਂ ਦੇ ਪ੍ਰੋਪਰ 10 ਸਾਲ ਪੂਰੇ ਹੁੰਦੇ ਸੀਗੇ, ਜਿਹਦੀ ਇੱਕ ਪਾਲਿਸੀ ਤਿਆਰ ਕਰਕੇ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਜਿਨ੍ਹਾਂ ਦੇ 10 ਸਾਲ ਪੂਰੇ ਹੁੰਦੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ। ਤਾਂ ਸਾਡੇ ਨਾਲ ਜਦੋਂ ਗੱਲਬਾਤ ਉਹਨਾਂ ਨੇ ਕੀਤੀ ਤਾਂ ਸਾਨੂੰ ਉਸ ਟਾਈਮ ਤੇ ਤਾਂ ਬਹੁਤ ਖੁਸ਼ੀ ਹੋਈ ਕਿ ਚਲੋ ਸਰਕਾਰ ਨੇ ਆਉਂਦਿਆਂ ਨਾਲ ਸਾਡੀ ਬਾਂਹ ਫੜੀ ਹੈ, ਸਾਨੂੰ ਰੈਗੂਲਰ ਕਰਨ ਜਾ ਰਹੇ ਆ। ਪਰ ਉਹ ਰੈਗੂਲਰ ਦਾ ਪ੍ਰੋਸੈਸ ਜਿਵੇਂ ਜਿਵੇਂ ਅੱਗੇ ਲੰਘਦਾ ਗਿਆ, ਜਿਵੇਂ ਜਿਵੇਂ ਉਹ ਟਾਈਮ ਲੰਘਦਾ ਗਿਆ, ਸਾਰਾ ਕੁਝ ਪ੍ਰੋਸੈਸ ਦੇ ਥਰੂ ਚੱਲਦਾ ਰਿਹਾ। ਨਾਲ ਦੀ ਨਾਲ ਸਾਡੀਆਂ ਇਹਨਾਂ ਨੇ ਬਾਅਦ ਵਿੱਚ ਵੈਰੀਫਿਕੇਸ਼ਨਾਂ ਕਰਾਈਆਂ, ਬਕਾਇਦਾ 3 ਮਹੀਨੇ ਦਾ ਟਾਈਮ ਦਿੱਤਾ। ਜਦੋਂ ਵੈਰੀਫਿਕੇਸ਼ਨਾਂ ਵੀ ਹੋ ਗਈਆਂ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਸਾਡੀ ਜਿਹੜੀ ਪਾਲਿਸੀ ਤਿਆਰ ਕੀਤੀ ਹੈ, ਸਾਡੇ ਹੱਥਾਂ ਦੇ ਵਿੱਚ ਪਾਲਿਸੀ ਵੀ ਹੈ ਉਹ, ਤੇ ਪਾਲਿਸੀ ਦੇ ਤਹਿਤ ਸਾਰਾ ਕੁਝ ਕੀਤਾ। ਪਰ ਸਾਨੂੰ ਆਪ ਨੂੰ ਸਮਝ ਨਹੀਂ ਆਈ ਕਿ ਕਿੱਥੇ ਆ ਕੇ ਕੀ ਪ੍ਰੋਬਲਮ ਆ ਗਈ ਹੈ, ਤੇ ਜਿਹੜੀ ਪਾਲਿਸੀ ਹੈ ਉਹਨੂੰ ਇੱਕ ਸਾਈਡ ਤੇ ਰੱਖ ਦਿੱਤਾ ਗਿਆ, ਤੇ ਜਿਹੜਾ ਸਾਡਾ ਪ੍ਰੋਸੈਸ ਚੱਲ ਰਿਹਾ ਸੀ ਉਹਨੂੰ ਰੋਕ ਕੇ ਸਿਰਫ ਤਨਖਾਹਾਂ ਵਿੱਚ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਦੇ ਵਿੱਚ ਕਿਹਾ ਤਾਂ ਪੱਕੇ ਹੀ ਜਾ ਰਿਹਾ, ਪਰ ਸਿਰਫ ਤਨਖਾਹਾਂ ਵਿੱਚ ਵਾਧਾ, ਪੱਕੇ ਵਾਲਾ ਉਹਦੇ 'ਚ ਕੁਝ ਨਹੀਂ ਹੈਗਾ। ਬਕਾਇਦਾ ਆਰਡਰ ਦਿੱਤੇ ਜਾਣਗੇ ਪੱਕੇ ਹੋਣ ਸੰਬੰਧੀ ਟੀਚਰਾਂ ਨੂੰ, ਉਹ ਤੁਹਾਨੂੰ ਕੋਈ ਚਿੱਠੀ ਪੱਤਰ ਆਇਆ, ਕੋਈ ਫੋਨ ਆਇਆ ਕਿ ਭਾਈ ਆਰਡਰ ਲੈ ਜਾਓ? ਬਿਲਕੁਲ ਵੀ ਨਹੀਂ ਜੀ, ਇਹੋ ਜਿਹਾ ਤੱਕ ਆਰਡਰਾਂ ਤੱਕ ਤਾਂ ਗੱਲ ਪਹੁੰਚੀ ਨਹੀਂ ਜੀ, ਤਾਂ ਅਨਾਉਂਸਮੈਂਟ ਤੱਕ ਹੀ ਗੱਲ ਚੱਲੀ ਜਾਂਦੀ ਹੈ ਸਾਰੀ, ਬਾਰ-ਬਾਰ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ। ਤਾਂ ਪੱਕੇ ਕਰਨ ਦਾ ਜਿਹੜਾ ਮੇਨ ਜਿਹੜਾ ਕੰਮ ਹੈ ਕਿ ਪੱਕਾ ਕਦੋਂ ਹੁੰਦਾ ਬੰਦਾ, ਪੱਕਾ ਮੁਲਾਜ਼ਮ ਸਰਕਾਰ ਦਾ ਉਦੋਂ ਬਣਦਾ ਜਦੋਂ ਉਹਦੇ ਤੇ ਸਰਕਾਰੀ ਸਾਰੇ ਰੂਲ ਲਾਗੂ ਹੁੰਦੇ ਆ। ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੀ ਠੇਕੇਦਾਰੀ ਸਿਸਟਮ ਉਹ ਖਤਮ ਕਰ ਦਿੱਤਾ ਜਾਵੇ, ਪਰ ਦੇਖੋ ਕਿਤੇ ਨਾ ਕਿਤੇ ਉਸ ਚੀਜ਼ ਨੂੰ ਉਲਟਾ ਪੁਲਟਾ ਕਰਕੇ, ਤਨਖਾਹ ਵਾਧਾ ਕਰਕੇ, ਠੇਕੇਦਾਰੀ ਸ਼ਬਦ ਉਹਨੂੰ ਕਨਵਰਟ ਕਰਕੇ ਉਹੀ ਸਿਸਟਮ ਦੁਬਾਰਾ ਸਾਡੇ ਤੇ ਲਾਗੂ ਕੀਤਾ ਜਾਵੇ। ਸਾਡੇ ਕਾਫੀ ਸਾਥੀ ਨੇ ਘਰਾਂ ਦੇ ਹਾਲਾਤ ਜਿਹੜੇ ਬਹੁਤ ਤਰਸਯੋਗ ਨੇ। ਸਾਡੇ ਸਾਥੀ ਸਕੂਲ ਟਾਈਮ ਤੋਂ ਬਾਅਦ ਕਈ ਸਾਥੀ ਦਿਹਾੜੀਆਂ ਕਰਦੇ ਨੇ, ਕਈ ਸਾਥੀ ਰੇਹੜੀਆਂ ਲਾਉਂਦੇ ਨੇ, ਕਈ ਸਾਥੀ ਵਰਕਸ਼ਾਪ ਤੇ ਜਾ ਕੇ ਗੱਡੀਆਂ ਧੋ ਕੇ ਪਾਰਟ ਟਾਈਮ ਕੰਮ ਕਰਦੇ। ਇਹ ਕੱਪੜੇ ਵੀ ਸਾਡੀ ਆਪਦੀ ਪੇ ਦੇ ਨਹੀਂ ਪਾਏ ਹੋਏ, ਇਹ ਸਾਡੇ ਮਾਂ-ਪਿਓ ਦੀ ਕਮਾਈ ਦੇ ਅਸੀਂ ਕੱਪੜੇ ਪਾਏ ਹੋਏ। ਸਾਡੀ ਤਾਂ ਹਾਲਤ ਇੰਨੀ ਕੁ ਤਰਸਯੋਗ ਆ ਕਿ ਅਸੀਂ ਆਪਦੇ ਖਰਚੇ ਆਪ ਵੀ ਕੱਢ ਨਹੀਂ ਸਕਦੇ ਜਿਸ ਹਿਸਾਬ ਨਾਲ ਮਹਿੰਗਾਈ ਵੱਧ। ਪਰ ਇਹ ਹੈ ਨਾ ਕਿ ਜੇ ਸਾਨੂੰ ਪੱਕਾ ਕੀਤਾ ਕਿ ਸਾਨੂੰ ਰਿਟਨ ਪ੍ਰੂਫ ਦਿੱਤਾ ਜਾਵੇ, ਜਦੋਂ ਸਾਡੀ ਵੈਰੀਫਿਕੇਸ਼ਨ ਹੋ ਗਈ, ਠੀਕ ਹੈ, ਜੋ ਵੀ ਸਾਡੀ ਇਨਕੁਆਇਰੀ ਸੀ ਸਾਰਾ ਕੁਝ ਹੋ ਗਿਆ, ਆਫੀਸ਼ੀਅਲੀ ਜੋ ਵੀ ਵਰਕ ਸੀਗਾ ਸਾਡਾ ਸਭ ਕੰਪਲੀਟ ਹੈ, ਪਰ ਫਿਰ ਵੀ ਸਾਨੂੰ ਇਨਕੀ ਰਿਟਨ ਜਿਹੜੀ ਜੋ ਵੀ ਸਾਡੀ ਰੈਗੂਲਰ ਪਾਲਿਸੀ ਸਾਡੇ ਅੱਗੇ ਲੈ ਕੇ ਆਓ। 36,000 ਮੁਲਾਜ਼ਮ ਸਾਡੇ ਉਹਦੇ ਵਿੱਚ ਵੀ ਰੈਗੂਲਰ ਕਰ ਦਿੱਤੇ ਸੀਗੇ, ਤਾਂ ਕਿਤੇ ਨਾ ਕਿਤੇ ਉਹ ਐਲਾਨ ਹੀ ਰਹਿ ਗਿਆ। ਬਾਰ-ਬਾਰ ਧੋਖਾ ਹੀ ਮਿਲਦਾ ਜਾਣੀ। ਬਿਲਕੁਲ ਜੀ, ਧੋਖੇ ਦੇ ਸਤਾਏ ਹੋਏ ਆ, ਤਾਂ ਹੀ ਉੱਥੇ ਅੱਕ ਕੇ ਬੈਠੇ ਨੇ, ਤਾਂ ਸਾਨੂੰ ਲੋੜ ਹੀ ਨਹੀਂ ਸੀਗੀ। ਇਹਨਾਂ ਨੂੰ ਐਂ ਲੱਗਦਾ ਕਿ ਕੱਟ ਸੱਦ ਲੈਂਦੇ ਨੇ, ਕੇਡਰ ਸੱਦ ਲੈਂਦੇ ਨੇ, ਬਿਠਾ ਕੇ ਮੋੜ। ਪਰ ਇਸ ਵਾਰੀ ਅਸੀਂ ਠਾਣ ਲਿਆ ਹੈ ਕਿ ਅਸੀਂ ਸਰਕਾਰ ਤੋਂ ਜੋ ਸਾਡੀ ਮੰਗ ਆ ਉਹ ਮਨਵਾ ਕੇ ਹੀ ਉੱਠਾਂਗੇ, ਚਾਹੇ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ। ਸਾਡੀ ਜਿਹੜੀ ਤਰਾਸਦੀ ਆ, ਸਾਡੇ ਜਿਹੜੇ ਦੁੱਖ ਨੇ, ਸਾਡੇ ਪਰਿਵਾਰ ਜਿਹੜੇ ਬੜੇ ਟਾਈਮ ਤੋਂ ਭੋਗ ਰਹੇ ਨੇ, ਇਸ ਵਾਰ ਅਸੀਂ ਆਰ-ਪਾਰ ਦੀ ਲੜਾਈ ਕਰਨ ਲੱਗੇ। ਭਾਵੇਂ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੱਚੇ ਟੀਚਰਾਂ ਨੂੰ ਪੱਕਾ ਕਰ ਦਿੱਤਾ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਹੁਣ ਅਧਿਆਪਕ ਧਰਨੇ ਨਹੀਂ ਲਗਾਉਣਗੇ। ਪਿਛਲੀਆਂ ਸਰਕਾਰਾਂ 'ਚ ਅਧਿਆਪਕ ਪਰੇਸ਼ਾਨ ਹੁੰਦੇ ਆਏ ਨੇ, ਹੁਣ ਉਹਨਾਂ ਨੂੰ ਪਰੇਸ਼ਾਨੀ ਨਹੀਂ ਚੱਲਣੀ ਪਏਗੀ। ਪਰ ਸੱਚਾਈ ਹੋ ਰਹੀ ਆ, ਸੱਚਾਈ ਖੁਦ ਬਿਆਨ ਕਰਨਗੇ ਜਿਹੜੇ ਟੀਚਰ ਨੇ ਮੇਰੇ ਨਾਲ ਨੇ, ਕੁਝ ਸਿੱਖਿਆ ਪ੍ਰੋਵਾਈਡਰ ਨੇ ਜਿਹੜੇ ਉਸ ਜਥੇਬੰਦੀ ਦੇ ਆਗੂ। ਸੰਗਰੂਰ ਅਜੇ ਵੀ ਧਰਨਾ ਜਾਰੀ ਹੈ ਕਿਉਂਕਿ ਇਹਨਾਂ ਨੂੰ ਅਜੇ ਵੀ ਸੰਤੁਸ਼ਟੀ ਨਹੀਂ ਜੋ ਸਰਕਾਰ ਨੇ ਕੀਤਾ। ਗੱਲ ਕਰਾਂਗੇ, ਖੁਦ ਆਪਣੀ ਜਿਹੜੀ ਹੱਡਬੀਤੀ ਆ ਜਾਂ ਫਿਰ ਖੁਦ ਆਪਣੇ ਦਰਦ ਨੇ, ਇਹ ਖੁਦ ਬਿਆਨ ਕਰਨਗੇ। ਹਾਂਜੀ, ਕੀ ਨਾਂ ਤੁਹਾਡਾ ਤੇ ਜਥੇਬੰਦੀ ਦਾ ਕੀ ਨਾਂ? ਸਰ, ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਸਾਡੀ ਜਥੇਬੰਦੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ, ਮੈਂ ਪੰਜਾਬ ਪ੍ਰਧਾਨ ਹਾਂ ਜੀ ਜਥੇਬੰਦੀ। ਕਿੰਨੇ ਕੁ ਸਿੱਖਿਆ ਪ੍ਰੋਵਾਈਡਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਰਕਾਰ ਨੇ ਸਾਨੂੰ ਪੱਕੇ ਕਰ ਦੇਣਾ ਹੈ, ਪਰ ਅਜੇ ਤੱਕ ਉਹ ਪੱਕੇ ਨਹੀਂ ਕੀਤੇ ਗਏ? ਸਰ, ਜਿਹੜਾ ਸਰਕਾਰ ਨੇ ਐਲਾਨ ਕੀਤਾ ਸੀਗਾ 5 ਸਤੰਬਰ ਨੂੰ ਮੁੱਖ ਮੰਤਰੀ ਸਾਹਿਬ ਨੇ, ਉਹਦੇ ਵਿੱਚ ਇਕੱਲੇ ਸਿੱਖਿਆ ਪ੍ਰੋਵਾਈਡਰ ਨਹੀਂ ਸੀ, ਉਹਦੇ ਵਿੱਚ ਹੋਰ ਵੀ ਕੈਟਾਗਰੀ ਸੀਗੀਆਂ ਜਿਨ੍ਹਾਂ ਦੇ ਪ੍ਰੋਪਰ 10 ਸਾਲ ਪੂਰੇ ਹੁੰਦੇ ਸੀਗੇ, ਜਿਹਦੀ ਇੱਕ ਪਾਲਿਸੀ ਤਿਆਰ ਕਰਕੇ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਜਿਨ੍ਹਾਂ ਦੇ 10 ਸਾਲ ਪੂਰੇ ਹੁੰਦੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ। ਉਹਦੇ ਵਿੱਚ ਸਾਡੇ 5442 ਸਿੱਖਿਆ ਪ੍ਰੋਵਾਈਡਰ ਅਧਿਆਪਕ ਜਿਹੜੇ ਆ ਰਹੇ ਸੀਗੇ। ਤਾਂ ਸਾਡੇ ਨਾਲ ਜਦੋਂ ਗੱਲਬਾਤ ਉਹਨਾਂ ਨੇ ਕੀਤੀ ਤਾਂ ਸਾਨੂੰ ਉਸ ਟਾਈਮ ਤੇ ਤਾਂ ਬਹੁਤ ਖੁਸ਼ੀ ਹੋਈ ਕਿ ਚਲੋ ਸਰਕਾਰ ਨੇ ਆਉਂਦਿਆਂ ਨਾਲ ਸਾਡੀ ਬਾਂਹ ਫੜੀ ਹੈ, ਸਾਨੂੰ ਰੈਗੂਲਰ ਕਰਨ ਜਾ ਰਹੇ ਆ। ਪਰ ਉਹ ਰੈਗੂਲਰ ਦਾ ਪ੍ਰੋਸੈਸ ਜਿਵੇਂ ਜਿਵੇਂ ਅੱਗੇ ਲੰਘਦਾ ਗਿਆ, ਜਿਵੇਂ ਜਿਵੇਂ ਉਹ ਟਾਈਮ ਲੰਘਦਾ ਗਿਆ, ਸਾਰਾ ਕੁਝ ਪ੍ਰੋਸੈਸ ਦੇ ਥਰੂ ਚੱਲਦਾ ਰਿਹਾ।
ਨਾਲ ਦੀ ਨਾਲ ਸਾਡੀਆਂ ਇਹਨਾਂ ਨੇ ਬਾਅਦ ਵਿੱਚ ਵੈਰੀਫਿਕੇਸ਼ਨਾਂ ਕਰਾਈਆਂ, ਬਕਾਇਦਾ 3 ਮਹੀਨੇ ਦਾ ਟਾਈਮ ਦਿੱਤਾ। ਜਦੋਂ ਵੈਰੀਫਿਕੇਸ਼ਨਾਂ ਵੀ ਹੋ ਗਈਆਂ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਸਾਡੀ ਜਿਹੜੀ ਪਾਲਿਸੀ ਤਿਆਰ ਕੀਤੀ ਹੈ, ਸਾਡੇ ਹੱਥਾਂ ਦੇ ਵਿੱਚ ਪਾਲਿਸੀ ਵੀ ਹੈ ਉਹ, ਤੇ ਪਾਲਿਸੀ ਦੇ ਤਹਿਤ ਸਾਰਾ ਕੁਝ ਕੀਤਾ। ਪਰ ਸਾਨੂੰ ਆਪ ਨੂੰ ਸਮਝ ਨਹੀਂ ਆਈ ਕਿ ਕਿੱਥੇ ਆ ਕੇ ਕੀ ਪ੍ਰੋਬਲਮ ਆ ਗਈ ਹੈ, ਤੇ ਜਿਹੜੀ ਪਾਲਿਸੀ ਹੈ ਉਹਨੂੰ ਇੱਕ ਸਾਈਡ ਤੇ ਰੱਖ ਦਿੱਤਾ ਗਿਆ, ਤੇ ਜਿਹੜਾ ਸਾਡਾ ਪ੍ਰੋਸੈਸ ਚੱਲ ਰਿਹਾ ਸੀ ਉਹਨੂੰ ਰੋਕ ਕੇ ਸਿਰਫ ਤਨਖਾਹਾਂ ਵਿੱਚ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਦੇ ਵਿੱਚ ਕਿਹਾ ਤਾਂ ਪੱਕੇ ਹੀ ਜਾ ਰਿਹਾ, ਪਰ ਸਿਰਫ ਤਨਖਾਹਾਂ ਵਿੱਚ ਵਾਧਾ, ਪੱਕੇ ਵਾਲਾ ਉਹਦੇ 'ਚ ਕੁਝ ਨਹੀਂ ਹੈਗਾ। ਪਰ ਇਹ ਵੀ ਕਿਹਾ ਕਿ ਆ ਤਾਂ ਮੈਂ ਤੁਹਾਨੂੰ ਕੁਝ ਗੱਲਾਂ ਦੱਸ ਰਿਹਾ, ਆਉਣ ਵਾਲੇ ਸਮੇਂ 'ਚ ਬਕਾਇਦਾ ਆਰਡਰ ਦਿੱਤੇ ਜਾਣਗੇ ਪੱਕੇ ਹੋਣ ਸੰਬੰਧੀ ਟੀਚਰਾਂ ਨੂੰ। ਉਹ ਤੁਹਾਨੂੰ ਕੋਈ ਚਿੱਠੀ ਪੱਤਰ ਆਇਆ, ਕੋਈ ਫੋਨ ਆਇਆ ਕਿ ਭਾਈ ਆਰਡਰ ਲੈ ਜਾਓ? ਬਿਲਕੁਲ ਵੀ ਨਹੀਂ ਜੀ, ਇਹੋ ਜਿਹਾ ਤਾਂ ਆਰਡਰਾਂ ਤੱਕ ਤਾਂ ਗੱਲ ਪਹੁੰਚੀ ਨਹੀਂ ਜੇ, ਤਾਂ ਅਨਾਉਂਸਮੈਂਟ ਤੱਕ ਹੀ ਗੱਲ ਚੱਲੀ ਜਾਂਦੀ ਹੈ ਸਾਰੀ। ਬਾਰ-ਬਾਰ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਕਿ ਜਿਹੜੀ ਫਿਗਰ ਹੈ ਉਹਨੂੰ ਚੇਂਜ ਕਰ ਦਿੱਤਾ ਜਾਂਦਾ ਵੀ ਇਹਦੇ ਵਿੱਚ ਪਹਿਲਾਂ ਇੰਨੇ ਸੀ, ਹੁਣ ਇੰਨੇ ਜਿਹੜੇ ਅਧਿਆਪਕ ਆ ਉਹਨਾਂ ਨੂੰ ਅਸੀਂ ਪੱਕੇ ਕਰਨ ਜਾ ਰਹੇ ਹਾਂ। ਤਾਂ ਪੱਕੇ ਕਰਨ ਦਾ ਜਿਹੜਾ ਮੇਨ ਜਿਹੜਾ ਕੰਮ ਹੈ ਕਿ ਪੱਕਾ ਕਦੋਂ ਹੁੰਦਾ ਬੰਦਾ, ਪੱਕਾ ਮੁਲਾਜ਼ਮ ਸਰਕਾਰ ਦਾ ਉਦੋਂ ਬਣਦਾ ਜਦੋਂ ਉਹਦੇ ਤੇ ਸਰਕਾਰੀ ਸਾਰੇ ਰੂਲ ਲਾਗੂ ਹੁੰਦੇ ਆ, CSR ਰੂਲ ਲੱਗਦੇ ਆ, ਉਹਨੂੰ ਪੈਨਸ਼ਨ ਦੇ ਵਿੱਚ ਗਿਣਿਆ ਜਾਂਦਾ। ਤਾਂ ਸਾਡੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ, ਸਿਰਫ ਤਨਖਾਹ ਵਾਧਾ, ਇੱਕ 5% ਸਾਲਾਨਾ ਇਨਕਰੀਮੈਂਟ ਹੈ, ਇਸ ਤੋਂ ਬਿਨਾ ਕੁਝ ਨਹੀਂ। ਅੱਜ ਤੋਂ 20-25 ਸਾਲ ਪਹਿਲਾਂ ਸਾਰੇ ਟੀਚਰਾਂ ਨੂੰ ਅਡੌਕ ਤੇ ਰੱਖਦੇ ਸੀ, ਹੁਣ ਤਾਂ ਤੁਹਾਨੂੰ ਕੱਚੇ ਕਿਹਾ ਜਾਂਦਾ, ਉਹਨਾਂ ਨੂੰ ਅਡੌਕ ਟੀਚਰ ਕਹਿੰਦੇ ਸੀ, ਬਾਅਦ 'ਚ ਰੈਗੂਲਰ ਕਰ ਦਿੱਤਾ ਜਾਂਦਾ ਸੀ। ਉਹ ਸਰਕਾਰਾਂ ਭੁੱਲ ਗਈਆਂ ਨੇ, ਕਿਉਂਕਿ ਪਹਿਲਾਂ ਅਕਾਲੀ ਸਰਕਾਰ ਨੇ ਤੁਹਾਡੇ ਨਾਲ ਲਾਰੇ ਲਾਏ, ਫਿਰ ਕਾਂਗਰਸ ਨੇ 5 ਸਾਲ ਇੱਦਾਂ ਹੀ ਲੰਘਾਤੇ, ਹੁਣ ਇਹ ਸਰਕਾਰ ਨੇ ਫਿਰ ਜੋ ਕਿਹਾ ਕਿ ਪੱਕੇ ਕਰਤਾ। ਤੁਹਾਨੂੰ ਲੱਗਦਾ ਕਿ ਇੱਕ ਠੱਗੀ ਇਸ ਸਰਕਾਰ ਨੇ ਵੀ ਤੁਹਾਡੇ ਨਾਲ ਲਗਾ ਦਿੱਤੀ ਹੈ? ਬਿਲਕੁਲ ਜੀ, ਅਸੀਂ ਖੁਦ ਠੱਗੇ ਹੋਏ ਮਹਿਸੂਸ ਕਰ ਰਹੇ ਹਾਂ ਆਪਣੇ ਆਪ ਨੂੰ, ਕਿਉਂਕਿ ਜਦੋਂ ਜੋ ਗੱਲਬਾਤ ਸਾਡੇ ਨਾਲ ਕੀਤੀ ਸੀਗੀ, ਜੋ ਕਮਿਟਮੈਂਟ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਨੇ ਸਾਨੂੰ ਬਕਾਇਦਾ ਇਹ ਗੱਲਾਂ ਨੋਟ ਕਰਾਈਆਂ ਕਿ ਜੋ ਹੁਣ ਅਧਿਆਪਕ ਨਵਿਆਂ ਨੂੰ ਭਰਤੀਆਂ ਦੇ ਵਿੱਚ ਮਿਲ ਰਿਹਾ ਹੈ, ਤੁਹਾਡਾ ਉਹ ਹੱਕ ਤੁਹਾਨੂੰ ਦਿੱਤਾ ਜਾਊਗਾ। ਸੋ ਉਹ ਗੱਲਾਂ ਕਰਨ ਤੋਂ ਬਾਅਦ ਜਦੋਂ ਤੁਹਾਡੇ ਸਾਹਮਣੇ ਇਹ ਚੀਜ਼ਾਂ ਪੇਸ਼ ਕਰ ਦਿੱਤੀਆਂ ਜਾਂਦੀਆਂ ਤੇ ਇੱਕਦਮ ਉਹ ਚੱਕ ਕੇ ਕੁਝ ਹੋਰ ਰੱਖ ਦਿੱਤਾ ਜਾਂਦਾ, ਤਾਂ ਠੱਗੇ ਦਾ ਮਹਿਸੂਸ ਅਸੀਂ ਕਰ ਹੀ ਰਹੇ ਹਾਂ ਵੀ ਸਾਡੇ ਨਾਲ ਧੋਖਾ ਹੋਇਆ। ਅਗਰ ਤੁਹਾਨੂੰ ਰੈਗੂਲਰ ਕਰਦੇ ਆ, ਪੱਕੇ ਕਰਦੇ ਆ, ਆਰਡਰ ਦੇ ਦਿੰਦੇ ਆ, ਹੁਣ ਤਾਂ ਤੁਹਾਨੂੰ ਤੁਹਾਡੀ ਤਨਖਾਹ ਡਬਲ ਕਰਤੀ, 5% ਸਾਲਾਨਾ ਵਾਧਾ ਕਰਤਾ, ਫਿਰ ਤੁਹਾਡੀਆਂ ਜਿਹੜੀਆਂ ਤਨਖਾਹਾਂ ਨੇ ਕਿੱਥੇ ਕੁ ਤੱਕ ਪਹੁੰਚਦੀਆਂ ਨੇ? ਦੇਖੋ ਜੀ, ਜੇ ਆਪਾਂ ਘੱਟ ਤੋਂ ਘੱਟ ਜਿਹੜਾ ਪੇ ਸਕੇਲ ਆ ਉਹਦੀ ਆਪਾਂ ਗੱਲ ਕਰੀਏ, 25,500 ਆ ਘੱਟ ਤੋਂ ਘੱਟ ਪੇ ਸਕੇਲ, ਜੇ ਉਹ ਸਾਨੂੰ ਦਿੰਦੇ ਨੇ ਤਾਂ ਉਹਦੇ ਵਿੱਚੋਂ ਜੋ ਸਾਨੂੰ ਹੁਣ ਦੇ ਰਹੇ ਆ 22-23 ਤਨਖਾਹ ਇਹੀ ਬਣਨੀ ਹੈ, ਕੋਈ ਜ਼ਿਆਦਾ ਨਹੀਂ ਦੇਣੀ ਪੈਣੀ ਸਰਕਾਰ ਨੂੰ, ਤਨਖਾਹ ਇਹੀ ਦੇਣੀ ਪੈਣੀ ਹੈ। ਸਿਰਫ ਇਹ ਹੈ ਕਿ ਉਹਦੇ ਵਿੱਚ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਆਊਗਾ, ਪ੍ਰੋਬੇਸ਼ਨ ਤੋਂ ਬਾਅਦ 38% ਦਾ ਵਾਧਾ, ਮਤਲਬ ਬਹੁਤ ਸਾਰੇ ਵਾਧੇ ਪਾ ਕੇ। ਪਰ ਪ੍ਰੋਬੇਸ਼ਨ ਤਾਂ ਲੋੜ ਨਹੀਂ ਨਾ, 10 ਸਾਲ ਤਾਂ ਤੁਹਾਨੂੰ ਕੰਮ ਕਰਦੇ ਨੂੰ ਹੋ ਗਏ, ਉਹ ਤਾਂ ਲੋੜ ਹੋਈ ਨਾ ਪ੍ਰੋਬੇਸ਼ਨ ਦੀ, ਜੇ ਤੁਸੀਂ ਫਰੈਸ਼ ਤੁਹਾਨੂੰ ਰੱਖਿਆ ਹੋਵੇ। ਅਸੀਂ ਇਸ ਗੱਲ ਨੂੰ ਦੇਖੋ, ਅਸੀਂ ਇਹ ਬੇਨਤੀ ਵੀ ਕਰਦੇ ਹਾਂ, ਪਰ ਜਦੋਂ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਰੂਲ ਐਂਡ ਰੈਗੂਲੇਸ਼ਨ ਆ ਉਹ ਫੋਲੋ ਕਰਨੇ ਪੈਣਗੇ, ਪਿਛਲੀ ਤੁਹਾਡੀ ਜਿਹੜੀ ਆ ਉਹ ਸਾਰੀ ਖਤਮ ਹੋ ਜੂਗੀ, ਜੋ ਵੀ ਤੁਸੀਂ ਜਿੰਨੇ ਸਾਲ ਵੀ ਲੰਘ ਗਏ, ਤੁਹਾਡਾ ਨਵੇਂ ਤੋਂ ਇੱਕ ਤਰ੍ਹਾਂ ਦਾ ਇਹ ਸਿਸਟਮ ਹੋਊਗਾ, ਉਹਦੇ ਵਿੱਚ ਪ੍ਰੋਬੇਸ਼ਨ ਗਿਣਿਆ ਜਾਊਗਾ। ਸਾਨੂੰ ਕੋਈ ਇਹਦੇ ਵਿੱਚ ਹੈ ਨਹੀਂਗਾ ਪ੍ਰੋਬੇਸ਼ਨ ਪੀਰੀਅਡ ਗਿਣ ਲੈਣ, ਪਰ ਉਹਦੇ ਵਿੱਚ ਜੋ ਬਾਅਦ ਵਿੱਚ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਸਾਰਿਆਂ ਨੂੰ ਦਿੱਤਾ ਜਾਂਦਾ ਸਾਡਾ ਉਹ ਸਾਰਾ ਕੁਝ ਵਾਧਾ ਹੋ ਕੇ ਫਿਰ ਤਾਂ ਅਸੀਂ ਪ੍ਰੋਬੇਸ਼ਨ ਤੋਂ ਬਾਅਦ ਲਗਭਗ 50,000 ਦੇ ਨੇੜੇ ਪਹੁੰਚੀਗੀ ਸਾਡੀ ਤਨਖਾਹ। ਇਸ ਤਰ੍ਹਾਂ ਦਾ ਜਿਹੜੇ ਹੁਣ ਸਾਡੇ ਸਾਥੀ ਕਈ 50+ ਹੋ ਚੁੱਕੇ ਆ, ਉਹਨਾਂ ਨੂੰ ਕੀ ਮਿਲੂਗਾ? ਆਹ ਤਨਖਾਹ ਮਿਲ ਗਈ, ਜੇ ਸਾਲਾਨਾ ਇਨਕਰੀਮੈਂਟ ਹੈ ਤਾਂ ਕੀ 1,000-1,200 ਰੁਪਈਆ ਸਾਲ ਦਾ ਵਧਿਆ ਤਾਂ ਉਹਨਾਂ ਦਾ ਕੀ ਫਾਇਦਾ ਹੋਊਗਾ? ਨਾ ਉਹਨਾਂ ਨੂੰ ਕੋਈ ਪੈਨਸ਼ਨ ਮਿਲਣੀ ਹੈ। ਪਿੱਛੇ ਜੇ ਇੱਕ ਮਾਨਸੇ ਦਾ ਸਾਡਾ ਸਾਥੀ ਸਿਰਫ 9500 ਤਨਖਾਹ ਲੈਂਦਾ ਵਿਚਾਰਾ ਰਿਟਾਇਰ ਹੋਇਆ, ਰੋਇਆ ਵੀ ਹੈ, ਉਹਦੇ ਨਾਲ ਬਹੁਤ ਧੱਕਾ ਹੋਇਆ। ਸਰਕਾਰ ਨੇ ਉਹਦੇ ਵਾਸਤੇ 1 ਰੁਪਈਆ ਐਕਸਟਰਾ ਨਹੀਂ ਦਿੱਤਾ। ਹਾਂ, ਸਾਡੀ ਜਥੇਬੰਦੀ ਨੇ, ਸਾਡੇ ਕੁਝ ਜਿਹੜੇ ਭਰਾਤਰੇ ਜਥੇਬੰਦੀਆਂ ਨੇ ਰਲ ਕੇ ਉਹਨੂੰ 7 ਲੱਖ ਰੁਪਈਏ ਤੱਕ ਉਹਨੂੰ ਇਕੱਠਾ ਕਰਕੇ ਦਿੱਤਾ, ਪਰ ਸਰਕਾਰ ਵੱਲੋਂ ਉਹਦੇ ਲਈ ਕੁਝ ਨਹੀਂ ਕੀਤਾ ਗਿਆ। ਪਿੱਛੇ ਇੱਕ ਹੋਰ ਫਸਦਾ, ਕਹਿੰਦੇ ਇੱਕ ਕੁਆਲੀਫਿਕੇਸ਼ਨ ਹੁੰਦੀ ਹੈ ਟੀਚਰ ਵਾਸਤੇ, ਚਾਹੇ ETT ਹੋਵੇ ਜਾਂ B.Ed ਹੋਵੇ, ਉਹ ਬਹੁਤੇ ਟੀਚਰਾਂ ਦੀ ਕਹਿੰਦੇ ਹੈ ਨਹੀਂ। ਉੱਥੇ ਫਿਰ ਟੀਚਰ ਲੱਗਣ ਵਾਸਤੇ ਉਹ ਯੋਗਤਾ ਜ਼ਰੂਰੀ ਹੁੰਦੀ ਹੈ, ਉੱਥੇ ਕਿਤੇ ਸਰਕਾਰ ਨੂੰ ਦਿੱਕਤ ਆਈ ਹੋਵੇਗੀ? ਬਿਲਕੁਲ ਨਹੀਂ ਜੀ, ਇਦਾਂ ਦੀ ਸਾਡੇ ਸਾਰੇ ਟੋਟਲੀ ਜਿੰਨੇ ਟੀਚਰ ਆ ਸਭ ਕੋਲੇ ਹਾਈਲੀ ਕੁਆਲੀਫਾਈਡ ਨੇ, MA B.Ed ਆ ਮੈਂ ਖੁਦ। ਸਾਡੇ ਕੋਲੇ ਇਹੋ ਜਿਹੇ ਟੀਚਰ ਨੇ ਜਿਹੜੇ PhD ਤੱਕ ਕਰ ਚੁੱਕੇ ਨੇ, PhD ਕਰਕੇ ਤਾਂ ਡਾਕਟਰ ਨਾਲ ਨਾਂ ਲੱਗ ਜਾਂਦਾ। ਸੋ ਇਦਾਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਕਿ ਸਾਡੇ ਵਿੱਚ ਕੁਝ ਨੂੰ ਰੈਗੂਲਰ ਕਰਨਾ ਜਾਂ ਪੱਕਾ ਟੀਚਰ ਭਰਤੀ ਕਰਨਾ, PTET ਦੀ ਇੱਕ ਕੰਡੀਸ਼ਨ ਹੁੰਦੀ ਹੈ। ਉਦੋਂ ਜਦੋਂ ਤੁਹਾਨੂੰ ਰੱਖਿਆ ਸੀ ਉਦੋਂ ਵੀ PTET ਤਾਂ ਚੱਲਦਾ ਹੀ ਸੀਗਾ, ਫਿਰ ਉਹ ਟੈਸਟ ਵੀ ਤੁਹਾਨੂੰ ਕਲੀਅਰ ਕਰਨ ਲਈ ਕਿਹਾ ਜਾਏਗਾ? ਨਹੀਂ, ਅਸੀਂ ਜਦੋਂ 2008 ਤੋਂ ਆਏ ਨਾ ਜੀ, ਉਦੋਂ ਇਹੋ ਜਿਹਾ PTET ਕੋਈ ਹੈ ਨਹੀਂ ਸੀਗਾ ਜਦੋਂ ਦੇ ਅਸੀਂ ਲੱਗੇ ਆ। ਪਰ ਇਹ ਆ ਦੇਖੋ, ਜਦੋਂ 11 ਤੋਂ ਸ਼ਾਇਦ ਸ਼ੁਰੂ ਹੋਇਆ PTET। ਮੈਂ ਟਾਈਮ ਦੀ ਗੱਲ ਕਰਦਾ ਕਿ ਜਦੋਂ ਹੁਣ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਕਰਾਂ, ਜਦੋਂ ਉਦੋਂ ਨੌਕਰੀਆਂ ਤੇ ਰੱਖਿਆ ਜਾਂਦਾ ਉਹ ਤਾਂ ਧੱਕੇ ਨਾਲ ਆਵਾਜ਼ ਮਾਰੀ ਜਾਂਦੀ ਸੀ, ਕੋਈ ਕੁਝ ਨਹੀਂ ਸੀ। ਇਹ ਤਾਂ ਸਮੇਂ ਦੇ ਹਾਲਾਤ ਆ, ਜਿਵੇਂ ਸਮੇਂ ਦੇ ਵਿੱਚ ਜਿਵੇਂ ਸਰਕਾਰ ਨੂੰ ਫਿੱਟ ਲੱਗਦਾ ਸੀਗਾ ਉਹਨਾਂ ਨੇ ਚੱਕ ਕੇ ਲਾਤਾ। ਕਿਉਂਕਿ ਸਿੱਖਿਆ ਮੰਤਰੀ ਸਾਹਿਬ ਨਾਲ ਜੋ ਸਾਡੀਆਂ ਮੀਟਿੰਗਾਂ ਹੋਈਆਂ, ਉਹਨਾਂ ਨੂੰ ਅਸੀਂ ਇਹ ਤਰਾਸਦੀ ਦੱਸੀ ਸੀ ਵੀ ਸਾਡੀ ਗੱਲ ਰੁਕਦੀ ਕਿੱਥੇ ਆ, ਤਾਂ ਸਿੱਖਿਆ ਮੰਤਰੀ ਸਾਹਿਬ ਨੇ ਖੁਦ ਸਟੇਜਾਂ ਤੋਂ ਵੀ ਇਹ ਗੱਲ ਅਨਾਉਂਸ ਕੀਤੀ ਆ, ਔਰ ਨਾਲ ਦੀ ਨਾਲ ਜਿਹੜੇ ਡਿਪਾਰਟਮੈਂਟ ਉਹਨਾਂ ਨੂੰ ਵੀ ਇਹ ਗੱਲ ਬੋਲੀ ਆ ਕਿ ਇਹਨਾਂ ਨੂੰ ਕਿਸੇ ਨੇ ਇਹ ਗੱਲ ਨਹੀਂ ਕਹਿਣੀ ਕਿ ਇਹਨਾਂ ਦੀ ਭਰਤੀ ਠੀਕ ਨਹੀਂ, ਕਿਉਂਕਿ ਜੇ ਜ਼ਰੂਰਤ ਸੀ ਤਾਂ ਉਦੋਂ ਕੱਢ ਦਿੰਦੇ ਸਾਰੇ। ਇੱਕ ਹੋਰ ਟੀਚਰ ਨੇ, ਅੱਜ ਕੀ ਨਾਂ ਤੁਹਾਡਾ?
ਜਗਸੀਰ ਸਿੰਘ ਜੀ। ਜਗਸੀਰ ਜੀ, ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਕਿ ਠੇਕੇਦਾਰੀ ਸ਼ਬਦ ਸਾਡੀ ਡਿਕਸ਼ਨਰੀ 'ਚੋਂ ਅਸੀਂ ਕੱਢ ਦਾਂਗੇ, ਕਿਸੇ ਨੂੰ ਠੇਕੇ ਸਿਸਟਮ ਤੇ ਨਹੀਂ ਰੱਖਾਂਗੇ, ਜਿਹਨੂੰ ਰੱਖਾਂਗੇ ਪੱਕਾ ਰੱਖਾਂਗੇ, ਜਾਂ ਫਿਰ ਸਰਕਾਰ ਕੁਝ ਟਾਈਮ ਆਪਣੇ ਲੈਵਲ ਤੇ ਕੰਟਰੈਕਟ ਰੱਖੇਗੀ। ਤੁਹਾਨੂੰ ਸੁਸਾਇਟੀਆਂ ਰਾਹੀਂ ਰੱਖਿਆ ਗਿਆ ਸੀਗਾ, ਹੁਣ ਕੀ ਲੱਗਦਾ ਤੁਹਾਨੂੰ? ਇੱਕ ਸੁਪਨਾ ਵੇਖਿਆ ਸੀ ਤੁਸੀਂ ਕਿ ਪੱਕੇ ਹੋ ਜਾਾਂਗੇ, ਹੁਣ ਲੱਗਦਾ ਕਿ ਸੁਪਨਾ ਤੁਹਾਡਾ ਚਕਨਾਚੂਰ ਹੋ ਗਿਆ, ਜਾਂ ਫਿਰ ਇੱਕ ਉਮੀਦ ਅਜੇ ਵੀ ਬਾਕੀ ਆ? ਟੈਂਕੀ ਤੇ ਤੁਸੀਂ ਅਜੇ ਵੀ ਚੜੇ ਬੈਠੇ ਹੋ, ਮੂਵਮੈਂਟ ਸੰਘਰਸ਼ ਜਾਰੀ ਆ, ਹੋ ਸਕਦਾ ਸਰਕਾਰ ਤੁਹਾਡੀ ਫਿਰ ਸੁਣਵਾਈ ਕਰ ਲਵੇ। ਬਿਲਕੁਲ ਜੀ, ਤੁਹਾਡੀਆਂ ਜਿਹੜੀਆਂ ਗੱਲਾਂ ਨੇ ਬਿਲਕੁਲ ਸਹਿਮਤ ਹਾਂ ਇਹਨਾਂ ਨਾਲ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੀ ਠੇਕੇਦਾਰੀ ਸਿਸਟਮ ਉਹ ਖਤਮ ਕਰ ਦਿੱਤਾ ਜਾਊਗਾ, ਪਰ ਦੇਖੋ ਕਿਤੇ ਨਾ ਕਿਤੇ ਉਸ ਚੀਜ਼ ਨੂੰ ਉਲਟਾ ਪੁਲਟਾ ਕਰਕੇ, ਤਨਖਾਹ ਵਾਧਾ ਕਰਕੇ, ਠੇਕੇਦਾਰੀ ਸ਼ਬਦ ਉਹਨੂੰ ਕਨਵਰਟ ਕਰਕੇ ਉਹੀ ਸਿਸਟਮ ਦੁਬਾਰਾ ਸਾਡੇ ਤੇ ਲਾਗੂ ਕੀਤਾ ਜਾ ਰਿਹਾ। ਠੇਕੇਦਾਰੀ ਸਿਸਟਮ ਤਾਂ ਅਸੀਂ ਫਿਰ ਬੰਦ ਸਮਝਾਂਗੇ ਜਦੋਂ ਸਾਨੂੰ ਰੈਗੂਲਰ ਕਰਕੇ ਸਕੇਲ ਦੇ ਕੇ ਸਾਡੇ ਹੱਥੀਂ ਰੈਗੂਲਰ ਆਰਡਰ ਦੇਣਗੇ, ਉਹਨਾਂ ਚਿਰ ਅਸੀਂ ਇਸ ਠੇਕੇਦਾਰੀ ਸਿਸਟਮ ਤੋਂ ਬਾਹਰ ਨਹੀਂ ਆ ਸਕਦੇ ਜੀ। ਹੁਣ ਮੰਗ ਕੀ ਆ ਤੁਹਾਡੀ? ਟੈਂਕੀਆਂ ਤੇ ਬੈਠੇ ਹੋ, ਕੁਛ ਤਾਂ ਇੱਕ ਤਾਂ ਸੰਤੁਸ਼ਟੀ ਤੁਹਾਡੀ ਹੋ ਗਈ ਕਿ ਘੱਟੋ ਘੱਟ ਜਿਹੜੀਆਂ ਤਨਖਾਹਾਂ 'ਚ ਵਾਧਾ ਤਾਂ ਹੋ ਗਿਆ, ਚਲੋ ਕੁਝ ਲੱਗਦਾ ਕਿ ਜੇਬ 'ਚ 4 ਪੈਸੇ ਰਹਿ ਜਾ ਕਰਨਗੇ ਖਰਚ ਕਰਨ ਵਾਸਤੇ। ਪਹਿਲਾਂ ਤਾਂ ਤੇਲ ਜਾਂ ਸਕੂਟਰਾਂ ਦਾ ਆਉਣ ਜਾਣ ਦਾ ਖਰਚ ਹੀ ਲੱਗ ਜਾਂਦਾ ਸੀਗਾ। ਦੇਖੋ ਜੀ, ਜਿਹੜੀ ਤਨਖਾਹ ਵਾਧਾ ਕੀਤਾ ਹੈ ਪੰਜਾਬ ਸਰਕਾਰ ਨੇ, ਬਹੁਤ ਵੱਡੇ ਵੱਡੇ ਐਲਾਨ ਕਰ ਦਿੱਤੇ ਮੁੱਖ ਮੰਤਰੀ ਸਾਹਿਬ ਵੱਲੋਂ, ਪਰ ਜੇ ਉਹ ਇਹ ਕਹਿੰਦੇ ਨੇ ਕਿ ਅਸੀਂ ਦੁੱਗਣੀ ਤਨਖਾਹ ਕਰ ਦਿੱਤੀ ਆ, ਤਾਂ ਸਮੇਂ ਨੂੰ ਵੇਖੀਏ ਤਾਂ ਮਹਿੰਗਾਈ ਵੀ ਸਿਖਰਾਂ ਛੂਹ ਰਹੀ ਆ। ਜੇ ਪੇ ਵਾਧਾ ਸਾਡਾ 10,000 ਜਾਂ 11,000 ਕਰ ਰਿਹਾ ਤਾਂ ਸਾਡਾ ਪਰਿਵਾਰ ਵੀ ਵੱਡਾ ਹੋਇਆ, ਸਾਡੀਆਂ ਕਬੀਲਦਾਰੀਆਂ ਵੀ ਵਧੀਆਂ ਨੇ, ਸਾਡੇ ਖਰਚੇ ਵੀ ਵਧੇ ਨੇ, ਮਹਿੰਗਾਈ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਇਸ ਪੇ ਨਾਲ 10-11,000 ਨਾਲ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ ਪ੍ਰਧਾਨ ਜੀ ਨੇ, ਸਾਡੇ 9500 ਤੇ ਇੱਕ ਸਾਥੀ ਪਾਲ ਸਿੰਘ, ਉਹ ਸਾਡੀ ਤਰਾਸਦੀ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸ ਘੱਟ ਖਰਚੇ ਨਾਲ, ਘੱਟ ਤਨਖਾਹ ਨਾਲ ਕਿਵੇਂ ਗੁਜ਼ਾਰਾ ਚੱਲਦਾ ਸੀ? ਤੁਹਾਨੂੰ ਹੋਰ ਕੰਮ ਕਰਨੇ ਪੈਂਦੇ ਸੀ, ਟਿਊਸ਼ਨਾਂ ਵਗੈਰਾ ਦਾ, ਜਾਂ ਫਿਰ ਖੇਤੀਬਾੜੀ ਦਾ, ਜਾਂ ਨਾਲ ਕਈ ਬੰਦੇ ਲੇਬਰ ਵੀ ਕਰਦੇ ਸੀ? ਦੇਖੋ ਜੀ, ਸਾਡੇ ਕਾਫੀ ਸਾਥੀ ਨੇ ਘਰਾਂ ਦੇ ਹਾਲਾਤ ਜਿਹੜੇ ਬਹੁਤ ਤਰਸਯੋਗ ਨੇ। ਸਾਡੇ ਸਾਥੀ ਸਕੂਲ ਟਾਈਮ ਤੋਂ ਬਾਅਦ ਕਈ ਸਾਥੀ ਦਿਹਾੜੀਆਂ ਕਰਦੇ ਨੇ, ਕਈ ਸਾਥੀ ਰੇਹੜੀਆਂ ਲਾਉਂਦੇ ਨੇ, ਕਈ ਸਾਥੀ ਵਰਕਸ਼ਾਪ ਤੇ ਜਾ ਕੇ ਗੱਡੀਆਂ ਧੋ ਕੇ ਪਾਰਟ ਟਾਈਮ ਕੰਮ ਕਰਦੇ ਨੇ। ਤਾਂ ਕੁਝ ਸਾਥੀਆਂ ਦਾ ਘਰੇ ਜ਼ਮੀਨ ਜਾਇਦਾਦ ਨਾਲ ਗੁਜ਼ਾਰਾ ਹੁੰਦਾ ਸੀ। ਅਸੀਂ ਜੇ ਆਪਦੀ ਪੇ ਤੇ ਗੱਲ ਕਰੀਏ ਤਾਂ ਅਸੀਂ ਜਿਹੜੇ ਕੱਪੜੇ ਪਾਏ ਨੇ, ਇਹ ਕੱਪੜੇ ਵੀ ਸਾਡੀ ਆਪਦੀ ਪੇ ਦੇ ਨਹੀਂ ਪਾਏ ਹੋਏ, ਇਹ ਸਾਡੇ ਮਾਂ ਪਿਓ ਦੀ ਕਮਾਈ ਦੇ ਅਸੀਂ ਕੱਪੜੇ ਪਾਏ ਹੋਏ ਨੇ। ਸਾਡੀ ਤਾਂ ਹਾਲਤ ਇੰਨੀ ਕੁ ਤਰਸਯੋਗ ਆ ਕਿ ਅਸੀਂ ਆਪਦੇ ਖਰਚੇ ਆਪ ਵੀ ਕੱਢ ਨਹੀਂ ਸਕਦੇ ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਹੈ। ਪਰ ਪਹਿਲਾਂ ਕੁਝ ਟੀਚਰ 5500 3500 ਤੇ ਕੰਮ ਕਰਦੇ ਸੀ, ਇੰਨੇ ਇਦੋਂ ਬਾਅਦ ਤਾਂ ਤਨਖਾਹ ਹੋਰ ਮਾਰਕੀਟ 'ਚ ਹੋਰ ਕੰਮ ਕਰਕੇ ਮਿਲ ਸਕਦੀ ਸੀ, ਉਦੋਂ ਟੀਚਰਾਂ ਨੇ ਫਿਰ ਕਿਉਂ ਜੁਆਇਨ ਕੀਤਾ ਘੱਟ ਤਨਖਾਹ ਤੇ? ਦੇਖੋ, ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ, ਮੈਂ ਪਹਿਲਾਂ ਦੱਸਿਆ ਤੁਹਾਨੂੰ, ਇਹ ਸਾਡੀ ਤਰਾਸਦੀ ਰਹੀ ਆ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ, ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਕੋਈ ਵੀ ਸਰਕਾਰ ਹੋਵੇ, ਬਾਦਲ ਸਰਕਾਰ ਹੋਵੇ, ਕੈਪਟਨ ਸਰਕਾਰ ਹੋਵੇ, ਹੁਣ ਜਿਸ ਤਰ੍ਹਾਂ ਆਮ ਪਾਰਟੀ ਦੀ ਸਰਕਾਰ ਆ, ਵੋਟਾਂ ਤੋਂ ਪਹਿਲਾਂ ਇੱਕ ਲਾਰਾ ਲਾ ਦਿੱਤਾ ਜਾਂਦਾ ਸੀ ਸਾਡੇ ਨਾਲ ਧਰਨੇ ਤੇ ਆਣ ਕੇ ਬੈਠ ਕੇ, ਦਰੀਆਂ ਤੇ ਬੈਠ ਕੇ। ਹਰੇਕ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਸਰਕਾਰ ਆਉਣ ਤੇ ਪੱਕਾ ਕੀਤਾ ਜਾਊਗਾ, ਪਰ ਸਾਡੀ ਤਰਾਸਦੀ ਰਹੀ, ਸਾਡੀ ਬਦਕਿਸਮਤੀ ਰਹੀ। ਸਰਕਾਰਾਂ ਵੋਟਾਂ ਲੈ ਰਹਿੰਦੀਆਂ ਨੇ, ਜਦੋਂ ਕੁਰਸੀ ਦਾ ਨਸ਼ਾ ਹੋ ਜਾਂਦਾ ਤਾਂ ਜਿਹੜੇ ਕੀਤੇ ਹੋਏ ਵਾਅਦੇ ਨੇ ਉਹਨਾਂ ਨੂੰ ਭੁੱਲ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਝਾੜੂ ਵਾਲਿਆਂ ਦੀ ਸਰਕਾਰ ਦੇ ਜਿਹੜੇ ਮੰਤਰੀ ਸੰਤਰੀ ਆ, ਇਹ ਵੀ ਨਸ਼ੇ 'ਚ ਹੋ ਗਏ ਹੁਣ? ਗੁਲਤਾਨ, ਦੇਖੋ ਜੀ, ਦਾ ਨਸ਼ਾ ਕਹਿਣਾ ਮੈਂ, ਚਲੋ ਸ਼ਰਾਬ ਪੀਣੀ ਨਾ ਪੀਣੀ ਅਗਲੇ ਦਾ ਪਰਸਨਲ ਮਾਮਲਾ। ਵੇਖੋ ਜੀ, ਆਪਾਂ ਪਾਵਰ ਦੇ ਨਸ਼ੇ ਦੀ ਗੱਲ ਕਰਦੇ ਹਾਂ, ਕੁਰਸੀ ਦੇ ਨਸ਼ੇ ਦੀ ਗੱਲ ਕਰਦੇ ਹਾਂ। ਬਿਲਕੁਲ ਇਹ ਚੇਂਜ ਆਇਆ ਵੋਟਾਂ ਤੋਂ ਪਹਿਲਾਂ। ਵੋਟਾਂ ਤੋਂ ਪਹਿਲਾਂ ਮੰਤਰੀ ਕੁਝ ਹੋਰ ਕਹਿੰਦੇ ਸੀ, ਅਸੀਂ ਤੁਹਾਡੇ ਆਪਣੀ ਆ, ਤੁਹਾਡੇ ਵਿੱਚ ਬੈਠ ਕੇ ਅਸੀਂ ਗੱਲਬਾਤ ਕਰਾਂਗੇ, ਚੰਡੀਗੜ੍ਹ ਤੁਹਾਨੂੰ ਨਹੀਂ ਆਉਣਾ ਪਊਗਾ, ਤੁਹਾਡੇ ਘਰੇ ਦਰਬਾਰ ਲੱਗਿਆ ਕਰੇਗਾ। ਪਰ ਇਹ ਤੁਸੀਂ ਅੱਜ ਦੇਖ ਸਕਦੇ ਹੋ ਕਿ ਇੱਕ ਮੁੱਖ ਮੰਤਰੀ, ਸਾਨੂੰ 13 ਤਰੀਕ ਤੋਂ ਲਗਾਤਾਰ ਜਿਹੜਾ ਧਰਨਾ ਸਾਡਾ ਜਾਰੀ ਆ, ਸਾਡਾ ਸਾਥੀ ਇੰਦਰਜੀਤ ਸਿੰਘ ਟੈਂਕੀ ਤੇ ਬੈਠਾ ਤਪੱਸਿਆ ਕਰ ਰਿਹਾ। ਮੌਸਮ ਜਿਹੜਾ ਹੈ ਬੜਾ ਗਰਮੀ ਵਾਲਾ ਹੈ, ਬੈਠਣਾ ਬਹੁਤ ਔਖਾ। ਤਾਂ ਇੱਕ ਮੁੱਖ ਮੰਤਰੀ ਜਿਹੜਾ ਵੋਟਾਂ ਤੋਂ ਪਹਿਲਾਂ ਇਹ ਦਾਅਵੇ ਕਰਦੇ ਸੀ ਕਿ ਤੁਹਾਡੀ ਆਪਣੀ ਸਰਕਾਰ ਹੈ, ਮੈਂ ਤੁਹਾਡਾ ਆਪਣਾ ਮੁੱਖ ਮੰਤਰੀ ਹਾਂ, ਪਰ ਦੇਖੋ ਤਰਾਸਦੀ ਆ, 18 ਦਿਨ ਹੋ ਗਏ, 19 ਦਿਨ ਹੋ ਗਏ, ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਗੱਲ ਕਰਨਾ ਮੁਨਾਸਬ ਨਹੀਂ ਸਮਝਦੇ। ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਗੱਲ ਨਹੀਂ ਕਰਦੇ, ਸਾਨੂੰ ਲੱਗਦਾ ਕਿ ਸਾਡਾ ਮਸਲਾ ਜਿਹੜਾ ਜਿਉਂ ਦਾ ਤਿਉਂ ਹੀ ਪੈਂਡਿੰਗ ਤੁਰਿਆ ਜਾਊਗਾ। ਸਿੱਖਿਆ ਮੰਤਰੀ ਨੇ ਜਦੋਂ ਤੁਹਾਡੇ ਨਾਲ ਮੀਟਿੰਗਾਂ ਕੀਤੀਆਂ, ਉਹ ਤਾਂ ਬੜਾ ਤੁਹਾਡੇ ਮਤਲਬ ਹਮਦਰਦੀ 'ਚ ਗੱਲ ਕਰਦੇ ਸੀ ਕਿ ਮੈਂ ਤੁਹਾਡੇ ਨਾਲ ਹਾਂ, ਪਰ ਅਚਾਨਕ ਕੀ ਹੋਇਆ ਕਿ ਜਿਹੜੇ ਆਰਡਰ ਤਿਆਰ ਹੁੰਦੇ ਉਹ ਰੁਕ ਗਏ, ਪੱਕੇ ਹੋਣ ਵਾਲੀ ਗੱਲ ਜਿਹੜੀ ਆ ਉਹ ਫਿਰ ਕੱਚਿਆਂ 'ਚ ਰਹਿ ਗਈ? ਦੇਖੋ, ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ। ਜਿਸ ਦਿਨ 5 ਸਤੰਬਰ 2022 ਨੂੰ ਸਿੱਖਿਆ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀ, ਤਾਂ ਸਾਡੀ ਵੀ ਖੁਸ਼ੀ ਦੀ ਹੱਦ ਨਹੀਂ ਰਹੀ। ਤੁਸੀਂ ਸੱਚ ਮੰਨੋ ਤਾਂ ਸਾਡੀਆਂ ਅੱਖਾਂ ਦੇ ਵਿੱਚ ਉਸ ਟਾਈਮ ਤੇ ਖੁਸ਼ੀ ਦੇ ਹੰਝੂ ਆਏ ਸੀ ਕਿ ਚਲੋ ਕੋਈ ਸਰਕਾਰ ਆਈ ਆ, ਸਾਡੀ ਬਾਂਹ ਫੜੀ ਆ। ਪਰ ਸਮਾਂ ਬੀਤਦਾ ਗਿਆ,
ਤਰਾਸਦੀ ਸਾਡੀ ਜਿਹੜੀ ਵੱਧਦੀ ਗਈ, ਬਾਰ-ਬਾਰ ਲਾਰੇ ਲਾਏ ਗਏ। ਸਿੱਖਿਆ ਮੰਤਰੀ ਸਾਹਿਬ ਨੂੰ ਜਦੋਂ ਅਸੀਂ ਖੁਸ਼ੀ ਦੇ ਹਾਰ ਪਾਉਣ ਆਏ ਕਿ ਤੁਸੀਂ ਸਾਡੀ ਬਾਂਹ ਫੜੀ ਆ, ਸਾਡਾ ਅਨਾਉਂਸ ਕੀਤਾ ਹੈ, ਤਾਂ ਉਸ ਟਾਈਮ ਤੇ ਸਿੱਖਿਆ ਮੰਤਰੀ ਸਾਹਿਬ ਨੇ ਖੁਦ ਕਿਹਾ ਜੋ ਨਵੀਂ ਭਰਤੀ ਹੋ ਰਹੀ ਆ ਉਹਦੇ ਹਿਸਾਬ ਨਾਲ ਜੋ ਤੁਹਾਡਾ ਸਕੇਲ ਬਣਦਾ 29,200 ਦੇ ਕੇ ਤੁਹਾਨੂੰ ਰੈਗੂਲਰ ਕਰਾਂਗੇ। ਤਾਂ ਅਸੀਂ ਕਿਹਾ ਸਰ ਸਾਨੂੰ ਬਹੁਤ ਟਾਈਮ ਹੋ ਗਿਆ ਹੈ, ਇਹ ਲਗਭਗ ਕੰਟੀਨਿਊ 10 ਤੋਂ 15 ਸਾਲ ਸਾਨੂੰ ਕੰਮ ਕਰਦੇ ਨੇ। ਤਾਂ ਉਹਨਾਂ ਨੇ ਇਹ ਗੱਲ ਕਹੀ ਤੁਸੀਂ ਵੇਟ ਕਰੋ 3 ਸਾਲਾਂ ਬਾਅਦ ਜੋ ਤੁਹਾਡਾ ਪ੍ਰੋਬੇਸ਼ਨ ਪੀਰੀਅਡ ਲੱਗੇਗਾ, ਉਸ ਟਾਈਮ ਤੇ ਸਿੱਖਿਆ ਮੰਤਰੀ ਸਾਹਿਬ ਨੇ ਗੱਲ ਕੀਤੀ ਸੀ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਤੁਸੀਂ 60-65 ਤੇ ਜੰਪ ਮਾਰੋਗੇ, ਤੁਸੀਂ ਜਿਹੜੀਆਂ ਪੁਰਾਣੀਆਂ ਦੁੱਖ ਤਕਲੀਫਾਂ ਨੇ, ਪੁਰਾਣਾ ਸਮਾਂ ਬੀਤ ਚੁੱਕਾ ਸਮਾਂ ਉਹਨੂੰ ਭੁੱਲ ਜਾਓਗੇ। ਬਿਲਕੁਲ। ਹੁਣ ਕਿੰਨੇ ਕੁ ਟੀਚਰ ਹੈ ਜਿਹੜੇ ਇੱਥੇ ਕੱਚੇ ਤੌਰ ਤੇ ਕੰਮ ਕਰਦੇ ਨੇ ਵੱਖ-ਵੱਖ ਸਕੂਲਾਂ 'ਚ, ਗਿਣਤੀ ਜੇ ਤੁਹਾਡੇ ਧਿਆਨ 'ਚ ਹੋਵੇ? ਦੇਖੋ ਜੀ, ਜੇ ਫਿਗਰ ਵੱਲ ਨਿਗਾਹ ਮਾਰੀਏ ਤਾਂ ਬਹੁਤ ਜ਼ਿਆਦਾ ਨੇ, 30 ਤੋਂ 35 ਹਜ਼ਾਰ ਦੇ ਲਗਭਗ ਮੁਲਾਜ਼ਮ ਜਿਹੜੇ ਕੱਚੇ ਹੋਣਗੇ। ਪਰ ਜਿਹੜੀ ਸਮੇਂ ਦੀ ਗੱਲ ਕਰਦੇ ਆ ਵਰਤਮਾਨ ਸਮੇਂ ਦੀ, ਤਾਂ 14 ਕੁ ਹਜ਼ਾਰ ਦੇ ਲਗਭਗ ਜਿਹੜੇ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜੋ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਨੇ ਉਹ ਕੰਮ ਕਰ ਰਹੇ ਨੇ ਕੱਚੇ ਤੌਰ ਤੇ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਪੱਕੇ ਕਰ ਦੇਵਾਂਗੇ। ਬਿਲਕੁਲ ਜੀ, ਕਿਹਾ ਜਾ ਰਿਹਾ ਹੈ ਪਰ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਆ। ਸਿਰਫ ਪੇ ਵਾਧਾ ਕਰਕੇ, ਇੰਕਰੀਮੈਂਟ ਕਰਕੇ ਹੀ ਇੱਕ ਰੈਗੂਲਰ ਸ਼ਬਦ, ਪੱਕਾ ਸ਼ਬਦ ਵਾਰ-ਵਾਰ ਅਨਾਉਂਸ ਕੀਤਾ ਜਾ ਰਿਹਾ, ਜਦ ਕਿ ਉਹ ਪੱਕੇ ਨੂੰ ਵੀ ਵਾਰ-ਵਾਰ ਕਹਿ ਕੇ ਵਾਰ-ਵਾਰ ਉਸ ਨੂੰ ਅਨਾਉਂਸ ਕਰਕੇ ਕੱਚੇ ਤੋਂ ਕੱਚਾ ਕੀਤਾ ਜਾ ਰਿਹਾ। ਉਹ ਕਿੰਨੇ ਕੁ ਟੀਚਰ ਹੋਣਗੇ ਜਿਹੜੇ ਜਿਨ੍ਹਾਂ ਦੀ ਕੋਈ ਬਕਾਇਦਾ ਬੀਐਡ ਨਹੀਂ, ਬਕਾਇਦਾ ਉਹਨਾਂ ਨੇ ਈਟੀਟੀ ਨਹੀਂ ਕੀਤੀ ਜਾਂ ਐਨਟੀਟੀ ਨਹੀਂ ਕੀਤੀ ਹੋਈ? ਦੇਖੋ, ਜੇ ਮੈਂ ਗੱਲ ਕਰਾਂ ਐਜੂਕੇਸ਼ਨ ਪ੍ਰੋਵਾਈਡਰ, ਸਿੱਖਿਆ ਪ੍ਰੋਵਾਈਡਰਸ ਦੀ, ਸਿੱਖਿਆ ਪ੍ਰੋਵਾਈਡਰ ਦੇ ਵਿੱਚ 30 ਤੋਂ 35 ਸਾਥੀ ਅਜਿਹੇ ਨੇ ਜਿਨ੍ਹਾਂ ਕੋਲੇ ਕੋਈ ਡਿਗਰੀ ਜਾਂ ਡਿਪਲੋਮਾ ਨਹੀਂ ਹੈ। ਆਲਰੇਡੀ ਸਾਡੇ ਸਾਰੇ ਸਾਥੀ ਜਿਹੜੇ ਆ ਐਮਏ ਬੀਐਡ ਨੇ। 3000 ਜਾਂ ਇਕੱਲੇ ਟੋਟਲ 30-35? ਟੋਟਲ 30-35 ਸਾਥੀ ਹੈ ਜੀ। ਟੋਟਲ 30 ਤੋਂ 35 ਸਾਥੀ ਹੋਣਗੇ ਜਿਨ੍ਹਾਂ ਕੋਲੇ ਕੋਈ ਡਿਗਰੀ ਜਾਂ ਡਿਪਲੋਮਾ ਨਹੀਂ ਹੈ। ਆਲਰੇਡੀ ਸਾਡੇ ਸਾਥੀ ਐਮਏ ਬੀਐਡ ਪਲੱਸ ਪੀਐਚਡੀ ਤੱਕ ਸਾਡੇ ਸਾਥੀ ਜਿਹੜੇ ਕੁਆਲੀਫਾਈਡ ਨੇ ਜੀ। ਤੇ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਨੂੰ ਕਿ ਜਿਹੜੇ ਬੋਰਡ ਲਾ ਦਿੱਤੇ ਨੇ ਕਿ ਟੀਚਰ ਪੱਕੇ ਕਰਤੇ, ਜਾਂ ਫਿਰ ਪਹਿਲਾਂ ਕਹਿ ਦਿੱਤਾ ਸੀ ਕਿ ਕੱਚੇ ਕਰਮਚਾਰੀ ਪੱਕੇ ਕਰਤੇ ਅੱਜ ਤੋਂ 4-5 ਮਹੀਨੇ ਪਹਿਲਾਂ, ਜਿਹੜੇ ਦਫ਼ਤਰੀ ਕਰਮਚਾਰੀ ਨੇ ਉਹ ਵੀ ਹਜੇ ਤੱਕ ਪੱਕੇ ਨਹੀਂ ਕੀਤੇ, ਭਾਵੇਂ ਕਿ ਤਨਖਾਹਾਂ ਉਹ ਚੰਗੀਆਂ ਲੈ ਰਹੇ ਨੇ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਰੈਗੂਲਰ ਆਰਡਰ ਤੁਸੀਂ ਲੈ ਲਓ, ਉਹਨਾਂ ਨੇ ਵੀ ਡਿਨਾਈ ਕਰਤਾ, ਉਹਨਾਂ ਨੇ ਉਹ ਵੀ ਮੁੱਕਰ ਗਏ ਨੇ। ਤੁਹਾਡਾ ਵੀ ਸਟੈਂਡ ਆ ਕਿ ਜੇ ਕੱਚੇ ਪਿੱਲੇ ਵਾਲੇ ਜਾਂ ਉਸ ਲੈਵਲ ਦੇ ਜਿਹੜੇ ਆਰਡਰ ਨਹੀਂ ਹੋਣਗੇ, ਸਹੀ ਹੁੰਦੇ ਆ, ਉਹ ਤੁਸੀਂ ਨਹੀਂ ਲਓਗੇ ਫਿਰ? ਦੇਖੋ ਜੀ, ਸਾਡੇ ਨਾਲ ਜੋ ਵਾਅਦਾ ਕੀਤਾ ਸੀ ਕਿ ਅਸੀਂ ਇਨ ਬਿਨ ਤੁਹਾਨੂੰ ਰੈਗੂਲਰ ਕਰਾਂਗੇ, ਪਰ ਉਹ ਵਾਅਦਾ ਕਿਤੇ ਨਾ ਕਿਤੇ ਸਾਨੂੰ ਧੋਖੇ ਦੇ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਜਿੰਨਾ ਚਿਰ ਸਾਨੂੰ ਰੈਗੂਲਰ ਆਰਡਰ ਨਹੀਂ ਦਿੰਦੀ ਸਰਕਾਰ, ਉਹਨਾਂ ਚਿਰ ਜਿਹੜਾ ਸਾਡਾ ਪ੍ਰੋਟੈਸਟ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਸੰਗਰੂਰ ਦੇ ਵਿੱਚ, ਉਹ ਸਾਡਾ ਜਾਰੀ ਰਹੂ। ਤੇ ਹੁਣ ਕੋਈ ਇਹਨਾਂ ਦਿਨਾਂ 'ਚ ਜਦੋਂ ਤੁਹਾਨੂੰ ਲੱਗਿਆ ਤੁਸੀਂ ਵਿਰੋਧ ਕਰਨਾ ਸ਼ੁਰੂ ਕਰਤਾ, ਟੈਂਕੀ ਤੋਂ ਫੇਰ ਵੀ ਨਹੀਂ ਉਤਰੇ, ਤਨਖਾਹਾਂ ਵਧਾਤੀਆਂ, ਕੋਈ ਗੱਲ ਚੱਲਦੀ ਹੈ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ? ਗੱਲਾਂ ਤਾਂ ਬਹੁਤ ਚੱਲਦੀਆਂ ਜੀ, ਪਰ ਗੱਲਾਂ ਜਿੰਨਾ ਚਿਰ ਉਹ ਫਾਈਨਲ ਉਹਨੂੰ ਰੂਪ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਕੀ ਕਰ ਸਕਦੇ ਹਾਂ ਜੀ। ਅਸੀਂ ਚਲੋ ਸਰਕਾਰ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਵੀ ਪਾਲਿਸੀ ਦੇ ਵਿੱਚ ਇਹ ਹੈ ਉਹ ਹੈ ਜੀ, ਰੁਕਣਾ ਪਊਗਾ, ਤੁਹਾਨੂੰ ਟਾਈਮ ਲੱਗੂਗਾ। ਅਸੀਂ ਸਰਕਾਰ ਨਾਲ ਉਸ ਗੱਲ ਤੇ ਵੀ ਚਲੋ ਐਗਰੀ ਕਿਤੇ ਨਾ ਸਾਡੇ ਨਾਲ ਗੱਲ ਕਰਨ, ਸਾਡੀ ਜਿਹੜੀ ਵਾਅਦਾ ਕੀਤਾ ਘੱਟੋ ਘੱਟ ਉਹ ਤਨਖਾਹ ਤਾਂ ਸਾਨੂੰ ਦੇਣ। 36000 ਸਾਡੇ ਨਾਲ ਵਾਅਦਾ ਕੀਤਾ, ਸਾਨੂੰ 36000 ਤਨਖਾਹ ਦੇਣ। ਉਹ ਤਾਂ ਚਲੋ ਹੁਣੇ ਵਾਅਦਾ ਕੀਤਾ, ਪਿਛਲੇ 5-4 ਦਿਨ ਪਹਿਲਾਂ ਹੀ ਤਨਖਾਹ ਤਾਂ ਆਏ ਤੋਂ ਪਤਾ ਲੱਗੂ। ਤੇ ਕਦੋਂ ਤੋਂ ਤਨਖਾਹ ਵਧੇਗੀ ਉਹ ਵੀ ਕੋਈ ਲੈਟਰ ਵਗੈਰਾ ਇਸ਼ੂ ਹੋ ਗਿਆ? ਨਹੀਂ ਜੀ, ਅਜੇ ਐਲਾਨ ਹੀ ਕੀਤਾ, ਅਜੇ ਕਦੋਂ ਤੋਂ ਵਧੇਗੀ ਉਹਦੇ ਬਾਰੇ ਕੁਝ ਨਹੀਂ ਪਤਾ ਜੀ। ਐਲਾਨ ਕਿੰਨੀ ਵਾਰ ਹੋ ਚੁੱਕੇ ਆ, ਪਰ ਸਿਰਫ ਐਲਾਨ ਹੀ ਨੇ, ਅਜੇ ਜਿਹੜੀ ਰਿਟਨ ਦੇ ਵਿੱਚ ਕੋਈ ਲੈਟਰ ਆ ਉਹ ਕੁਝ ਨਹੀਂ ਇੱਦਾਂ ਦਾ ਕੁਝ ਹੈ। ਭਗਵੰਤ ਮਾਨ ਦਾ ਨਾਂ ਇੱਕ ਚਿੰਤਕ ਨੇ ਐਲਾਨਬੰਦ ਰੱਖਿਆ ਹੋਇਆ, ਇਹਦਾ ਮਤਲਬ ਫਿਰ ਸਹੀ ਹੋ ਗਿਆ ਵੀ ਐਲਾਨ ਜ਼ਿਆਦਾ ਕਰਦੇ ਆ। ਮਾਲਵਿੰਦਰ ਸਿੰਘ ਮਾਲੀ ਆਪਣੇ ਪੋਸਟਾਂ ਅਕਸਰ ਪਾਉਂਦੇ ਆ, ਉਹ ਕਹਿੰਦੇ ਐਲਾਨਬੰਦ ਨੇ ਇੱਦਾਂ ਕੀਤਾ ਇੱਦਾਂ ਕੀਤਾ। ਦੇਖੋ ਜੀ, ਉਹ ਤਾਂ ਹਰ ਇੱਕ ਦੀ ਆਪਣੀ ਸੋਚ ਆ, ਅਸੀਂ ਤਾਂ ਚਲੋ ਇਹ ਗੱਲ ਕਹਿ ਨਹੀਂ ਸਕਦੇ, ਲੋਕ ਆਪ ਸਮਝਦਾਰ ਨੇ। ਲੋਕਾਂ ਦੇ ਸਾਹਮਣੇ ਜੋ ਚੀਜ਼ਾਂ ਆ ਰਹੀਆਂ ਨੇ, ਕਿਉਂਕਿ ਪਿੱਛੇ ਇੱਕ ਮੁੱਖ ਮੰਤਰੀ ਸਾਡੇ ਰਹਿ ਕੇ ਗਏ ਨੇ ਕੁਝ ਸਮਾਂ, ਤਾਂ ਉਹਨਾਂ ਨੇ ਵੀ ਤੁਹਾਨੂੰ ਪਤਾ ਵੀ ਕਿੰਨਾ ਕੁਛ ਆ ਹੋ ਗਿਆ, ਉਹ ਹੋ ਗਿਆ, ਬੜਾ ਕੁਛ ਹੋਇਆ। ਸਾਡੇ 36000 ਮੁਲਾਜ਼ਮ, 3 ਮਹੀਨੇ ਦੀ ਗੱਲ ਕਰਦੇ 36000 ਮੁਲਾਜ਼ਮ ਸਾਡੇ ਉਹਦੇ ਵਿੱਚ ਵੀ ਰੈਗੂਲਰ ਕਰ ਦਿੱਤੇ ਸੀਗੇ, ਤਾਂ ਕਿਤੇ ਨਾ ਕਿਤੇ ਉਹ ਐਲਾਨ ਹੀ ਰਹਿ ਗਿਆ। ਤੁਹਾਨੂੰ ਬਾਰ-ਬਾਰ ਧੋਖਾ ਹੀ ਮਿਲਦਾ ਜਾਣੀ? ਬਿਲਕੁਲ ਜੀ, ਧੋਖੇ ਦੇ ਸਤਾਏ ਹੋਏ ਆ, ਤਾਂ ਹੀ ਉੱਥੇ ਅੱਕ ਕੇ ਬੈਠੇ ਨੇ, ਤਾਂ ਸਾਨੂੰ ਲੋੜ ਹੀ ਨਹੀਂ ਸੀਗੀ ਜੀ। ਠੀਕ ਹੈ ਮੈਮ, ਕੁਝ ਸਾਡੇ ਨਾਲ ਹੋਰ ਟੀਚਰ ਵੀ ਨੇ। ਕਿੰਨੇ ਕੁ ਚਿਰ ਤੋਂ ਤੁਸੀਂ ਜੌਬ ਕਰਦੇ ਹੋ ਪਰਸਨਲ? ਜੇ ਤੁਹਾਡਾ ਕੇਸ ਆਪਾਂ ਦੇਖੀਏ ਇੱਧਰਲੇ ਪਾਸੇ ਆ ਥੋੜ੍ਹਾ ਜਿਹਾ, ਕਿ ਇੱਕ ਉਮੀਦ ਬਣ ਗਈ ਸੀ, ਸਾਰਿਆਂ ਨੂੰ ਲੱਗਦਾ ਸੀ, ਬਹੁਤ ਸਾਰੇ ਚੈਨਲਾਂ ਨੇ ਖਬਰ ਪਹਿਲ ਦੇ ਆਧਾਰ ਤੇ ਚਲਾਈ ਕਿ ਟੀਚਰ ਪੱਕੇ ਹੋ ਗਏ। ਅਸਲੀਅਤ ਤੁਹਾਨੂੰ ਕਦੋਂ ਪਤਾ ਲੱਗੀ? ਆਪਣਾ ਨਾਮ ਵੀ ਦੱਸ ਦਿਓ। ਸਰ, ਮੇਰਾ ਨਾਮ ਵੀਨੂ ਹੈ। ਮੇਰੀ ਯਾਨੀ ਕਿ ਜੁਆਇਨਿੰਗ 2009 ਦੀ ਹੈ। ਓਕੇ। ਹੁਣ ਤੁਸੀਂ ਹਿਸਾਬ ਲਾ ਲਓ 2009 ਤੋਂ 2024 ਆ ਗਿਆ। ਹੁਣ ਤੱਕ ਜਸਟ ਅਸੀਂ ਇੱਕ ਹੀ ਹੋਪ ਤੇ ਹੀ ਸੀ ਕਿ ਚਲੋ
ਇਸ ਸਰਕਾਰ ਨੇ ਨਹੀਂ, ਅਗਲੀ ਸਰਕਾਰ ਸਾਡਾ ਸਾਥ ਜ਼ਰੂਰ ਦੇਊਗੀ, ਕਿਉਂਕਿ ਹਰ ਵਾਰੀ ਇਹੀ ਹੁੰਦਾ ਸੀਗਾ ਕਿ ਵੋਟਾਂ ਦੇ ਨੇੜੇ ਹਰ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਸੀਗੀ ਕਿ ਨਹੀਂ ਜੀ ਪਿਛਲੀ ਸਰਕਾਰ ਨੇ ਨਹੀਂ ਕੀਤਾ, ਅਸੀਂ ਤੁਹਾਡਾ ਹੱਲ ਜ਼ਰੂਰ ਕਰਾਂਗੇ। ਪਰ ਹੁਣ ਵੀ ਆ ਕੇ ਇਸ ਮੌਕੇ ਤੇ ਵੀ ਇਹੀ ਕੁਝ ਹੋਇਆ ਹੈਗਾ ਕਿ ਇਸ ਸਰਕਾਰ ਨੇ ਵੀ ਸਾਡਾ ਯਾਨੀ ਕਿ ਸਾਥ ਸ਼ਾਇਦ ਨਹੀਂ ਦੇ ਰਹੀ ਉਹ ਜਿੱਥੇ ਤੱਕ। ਸਹੀ ਕਦੋਂ ਪਤਾ ਲੱਗੀ ਕਿ ਜਿਹੜਾ ਇਹ ਵੀਡੀਓ ਚੱਲ ਰਹੀ ਹੈ ਕਿ ਪੱਕੇ ਕਰਤੇ ਟੀਚਰ ਪੱਕੇ ਕਰਤੇ, ਕਿ ਅਸਲ 'ਚ ਪਰਦੇ ਪਿੱਛੇ ਕਹਾਣੀ ਕੀ ਹੈ, ਉਹ ਕਦੋਂ ਪਤਾ ਲੱਗਿਆ? ਸਰ ਪਰਦੇ ਪਿੱਛੋਂ ਤਾਂ ਹੁਣ ਜਿਵੇਂ ਪਹਿਲਾਂ ਵੀ ਸਰ ਨੇ ਗੱਲ ਕੀਤੀ ਸੀਗੀ ਕਿ ਪੱਕੇ ਤਾਂ ਅਸੀਂ ਕਿੰਨੀ ਵਾਰੀ ਹੋ ਚੁੱਕੇ ਹਾਂ, ਪਰ ਜਦੋਂ ਤੱਕ ਸਾਡੇ ਹੱਥ ਵਿੱਚ ਕੋਈ ਰਿਟਨ ਪ੍ਰੂਫ ਨਹੀਂ ਆਂਦਾ ਹੈਗਾ ਅਸੀਂ ਉਸ ਚੀਜ਼ ਨੂੰ ਨਹੀਂ ਕਹਿ ਸਕਦੇ ਕਿ ਅਸੀਂ ਪੱਕੇ ਹਾਂ। ਹੁਣ ਕਹਿਣ ਨੂੰ ਤਾਂ ਅਸੀਂ ਬਹੁਤ ਕੁਝ ਕਹਿ ਸਕਦੇ ਹੈਗੇ, ਪਰ ਇਹ ਹੈ ਨਾ ਕਿ ਜੇ ਸਾਨੂੰ ਪੱਕਾ ਕੀਤਾ ਕਿ ਸਾਨੂੰ ਰਿਟਨ ਪ੍ਰੂਫ ਦਿੱਤਾ ਜਾਵੇ। ਜਦੋਂ ਸਾਡੀ ਵੈਰੀਫਿਕੇਸ਼ਨ ਹੋ ਗਈ, ਠੀਕ ਹੈ, ਜੋ ਵੀ ਸਾਡੀ ਇਨਕੁਆਰੀ ਸੀ ਸਾਰਾ ਕੁਝ ਹੋ ਗਿਆ, ਆਫੀਸ਼ੀਅਲੀ ਜੋ ਵੀ ਵਰਕ ਸੀਗਾ ਸਾਡਾ ਸਭ ਕੰਪਲੀਟ ਹੈ, ਪਰ ਫਿਰ ਵੀ ਸਾਨੂੰ ਯਾਨੀ ਕਿ ਰਿਟਨ ਜਿਹੜੀ ਜੋ ਵੀ ਸਾਡੀ ਰੈਗੂਲਰ ਪਾਲਿਸੀ ਸਾਡੇ ਅੱਗੇ ਲੈ ਕੇ ਆਓ। ਬਿਲਕੁਲ। ਤੁਹਾਨੂੰ ਕੋਈ ਪਤਾ ਲੱਗਿਆ ਕਿ ਕੋਈ ਅਜਿਹਾ ਅਧਿਕਾਰੀ ਹੋ ਸਕਦਾ ਹੋਵੇ ਜਿਹਨੇ ਸਰਕਾਰ ਨੂੰ ਪੁੱਠੀ ਮੱਤ ਦਿੱਤੀ ਹੋਵੇ? ਪਹਿਲਾਂ ਵੀ ਜਦੋਂ ਤੁਹਾਨੂੰ ਪੱਕੇ ਕਰਨ ਲੱਗੇ ਸੀ, ਅਕਾਲੀ ਸਰਕਾਰ ਵੇਲੇ ਜਾਂਦੇ ਜਾਂਦੇ ਇੱਕ ਆਰਡੀਨੈਂਸ ਆ ਗਿਆ ਸੀ, ਬਿੱਲ ਬਣ ਗਿਆ ਸੀ ਕਿ ਪੱਕੇ ਕਰਾਂਗੇ। ਉਦੋਂ ਵੀ ਕੁਝ IAS ਅਫਸਰਾਂ ਨੇ ਸਟੈਂਡ ਲੈ ਲਿਆ, ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਰਹਿ ਜਾਣਗੇ, ਉਹ ਕਹਿੰਦੇ ਚੋਰ ਮੁਰੀ ਰਹੀ ਭਰਤੀ ਆ। ਹੁਣ ਕੋਈ ਐਵੇਂ ਦਾ ਕੋਈ ਹੈਗਾ ਬੰਦਾ ਅਫਸਰ ਜਾਂ ਤੁਹਾਡੇ ਧਿਆਨ 'ਚ ਆਇਆ ਹੋਵੇ ਜਿਹੜਾ ਤੁਹਾਡੀ ਗੇਮ ਖਰਾਬ ਕਰਦਾ? ਦੇਖੋ ਜੀ, ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਕਿਸੇ ਅਫਸਰ ਨੇ ਜਾਂ ਕਿਸੇ ਅਧਿਕਾਰੀ ਨੇ ਕਹਿ ਦਿੱਤਾ ਹੋਵੇ ਵੀ ਇਹ ਪਾਲਿਸੀ ਜਿਹੜੀ ਆ ਤੁਸੀਂ ਲਾਗੂ ਨਹੀਂ ਕਰ ਸਕਦੇ। ਦੇਖੋ, ਇੱਕ ਮੰਤਰੀ ਕੋਲੇ ਪਾਵਰ ਆ, ਮੰਤਰੀ ਦੇ ਕਹੇ ਤੋਂ ਬਾਹਰ ਕੋਈ ਅਧਿਕਾਰੀ ਕਿਵੇਂ ਬਾਹਰ ਜਾ ਸਕਦਾ? ਜੇ ਮੰਤਰੀ ਸਾਹਿਬ ਕਹਿ ਦੇਣ ਕਿ ਆਹ ਪਾਲਿਸੀ ਮੈਂ ਬਣਾਈ ਆ, ਇਹਨਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਆ, ਇਹਨਾਂ ਤੇ ਲਾਗੂ ਹੁੰਦੀ ਆ, ਤੇ ਕੋਈ ਵੀ ਅਧਿਕਾਰੀ ਸ਼ਾਇਦ ਹੀ ਇਸ ਤੋਂ ਇਨਕਾਰੀ ਹੋਵੇ। ਤੇ ਟੈਂਕੀ ਤੇ ਤੁਹਾਡਾ ਸੰਘਰਸ਼ ਜਾਰੀ ਆ, ਕਿੱਥੇ ਜਾਰੀ ਹੈ ਤੇ ਅਗਲਾ ਪ੍ਰੋਗਰਾਮ ਕੀ ਲਿਖਿਆ ਵੀ ਦੱਸ ਦਿਓ। ਦੇਖੋ ਜੀ, ਸਾਡਾ ਜਿਹੜਾ ਸੰਘਰਸ਼ ਆ 13 ਤਰੀਕ ਤੋਂ ਲਗਾਤਾਰ ਜਾਰੀ ਆ। ਸਾਡੇ ਸਾਥੀ ਇੰਦਰਜੀਤ ਸਿੰਘ ਹੌਸਲੇ ਨਾਲ ਡਟੇ ਹੋਏ ਨੇ। ਅਗਲੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਕੱਲ੍ਹ ਨੂੰ 1 ਜੁਲਾਈ ਨੂੰ ਅਸੀਂ ਸੂਬਾ ਪੱਧਰੀ ਇਕੱਠ ਕਰਨ ਜਾ ਰਹੇ ਹਾਂ, ਜਿਸ ਵਿੱਚ ਸਰਕਾਰ ਨੂੰ ਭਾਜਣਾ ਪੈਣਗੀਆਂ। ਇਹਨਾਂ ਨੂੰ ਐਂ ਲੱਗਦਾ ਕਿ ਇਕੱਠ ਸੱਦ ਲੈਂਦੇ ਨੇ, ਕੇਡਰ ਸੱਦ ਲੈਂਦੇ ਨੇ, ਬਿਠਾ ਕੇ ਮੋੜ ਦਿੰਦੇ ਨੇ, ਪਰ ਇਸ ਵਾਰੀ ਅਸੀਂ ਠਾਣ ਲਿਆ ਹੈ ਕਿ ਅਸੀਂ ਸਰਕਾਰ ਤੋਂ ਜੋ ਸਾਡੀ ਮੰਗ ਆ ਉਹ ਮਨਵਾ ਕੇ ਹੀ ਉੱਠਾਂਗੇ, ਚਾਹੇ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ। ਸਾਡੀ ਜਿਹੜੀ ਤਰਾਸਦੀ ਆ, ਸਾਡੇ ਜਿਹੜੇ ਦੁੱਖ ਨੇ, ਸਾਡੇ ਪਰਿਵਾਰ ਜਿਹੜੇ ਬੜੇ ਟਾਈਮ ਤੋਂ ਭੋਗ ਰਹੇ ਨੇ, ਇਸ ਵਾਰ ਅਸੀਂ ਆਰ ਪਾਰ ਦੀ ਲੜਾਈ ਕਰਨ ਜਾ ਰਹੇ ਹਾਂ। ਇੱਕ ਟੀਚਰ ਹੋਰ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰਦੇ ਮੈਮ। ਪ੍ਰਾਇਮਰੀ ਟੀਚਰ ਵੀ ਹੋਣਗੇ, ਜਿਹੜੇ ਹਾਈ ਸਕੂਲਾਂ 'ਚ ਨੇ ਉਹ ਵੀ ਟੀਚਰ ਹੋਣਗੇ, 13-14 ਹਜ਼ਾਰ ਜਿਹੜੇ ਹੈਗੇ ਆ, ਉਹ ਹੁਣ ਸਾਰੇ ਇਕਜੁੱਟ ਨੇ ਜਾਂ ਫਿਰ ਕਈਆਂ ਨੇ ਲੱਡੂ ਕਿਉਂ ਖਵਾਤੇ ਭਗਵੰਤ ਮਾਨ ਨੂੰ ਵੀ ਤੁਸੀਂ ਠੀਕ ਕੀਤਾ? ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ। ਐਕਚੁਅਲੀ ਉਹ ਸਰ ਮੇਰਾ ਨਾਮ ਸੁਖਮਿੰਦਰ ਕੌਰ ਹੈ, ਮੈਂ 2004 ਦੀ ਅਪਾਇੰਟਮੈਂਟ ਹੈ। ਓਕੇ। ਤੇ ਸਰ ਉਹ ਦੂਸਰੇ EGS STR ਹੈਗੇ ਨੇ ਟੀਚਰ, ਜਿਨ੍ਹਾਂ ਨੇ ਮਤਲਬ ਕਿ 66 ਸੀਗੀ, 6000 ਸੀਗੀ ਸੈਲਰੀ, ਉਹਨਾਂ ਦੀ ਵੱਧ ਗਈ, 3 ਗੁਣਾ ਸੈਲਰੀ ਵੱਧ ਗਈ ਹੈ। ਇਸ ਖੁਸ਼ੀ 'ਚ ਉਹਨਾਂ ਨੇ ਲੱਡੂ ਖਵਾ? ਹਾਂਜੀ ਯਾਨੀ ਉਹਨਾਂ ਨੂੰ ਵੀ ਪੱਕੇ ਹੋਣ ਦਾ ਚਾਅ ਨਹੀਂ, ਤਨਖਾਹ ਵਾਧੇ ਦਾ ਚਾਅ ਹੈਗਾ? ਹਾਂਜੀ ਸਰ ਬਿਲਕੁਲ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹ ਪੱਕੇ ਨਹੀਂ ਹੋਣਗੇ? ਸਰ ਇਹ ਤਾਂ ਹਜੇ ਜਦ ਤੱਕ ਸਰਕਾਰ ਪਾਲਿਸੀ ਲਾਗੂ ਨਹੀਂ ਕਰਦੀ ਕਿਸੇ ਨੂੰ ਕੁਝ ਨਹੀਂ ਪਤਾ। ਤੁਹਾਡੇ ਨਾਲ ਆ ਗਏ ਨੇ ਕਿ ਅਸੀਂ ਟੈਂਕੀ ਤੇ ਜਿਹੜੇ ਧਰਨੇ ਦੇ ਰਹੇ ਨੇ ਉਹਦੀ ਹਮਾਇਤ ਤੇ? ਸਿੱਖਿਆ ਪ੍ਰੋਵਾਈਡਰ ਹੈ ਉਹ ਵੱਖਰੇ ਨੇ? ਹਾਂਜੀ ਹਾਂਜੀ। ਤੇ ਕੀ ਕਹਿਣਾ ਚਾਹੋਗੇ ਜਿਹੜੀਆਂ ਵਿਰੋਧੀ ਧਿਰਾਂ ਨੇ, ਖਾਸ ਕਰਕੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਉਹ ਵੀ ਤੁਹਾਡੀ ਉਸ ਲੈਵਲ ਤੇ ਹਮਾਇਤ ਨਹੀਂ ਕਰਦੀਆਂ, ਉਹਨਾਂ ਨੂੰ ਕੀ ਕਹਿਣਾ ਤੁਹਾਡਾ? ਸਰ ਅਸੀਂ ਤਾਂ ਸਰਕਾਰ ਦੇ ਸਤਾਏ ਹੋਏ ਹੈਗੇ ਆ ਦੋ, ਮਤਲਬ ਕਿ ਜਦੋਂ ਦੀ ਅਸੀਂ ਸਰਕਾਰਾਂ ਚੇਂਜ ਹੁੰਦੀਆਂ ਨੇ, ਹਰ ਇੱਕ ਸਰਕਾਰ ਦਾ ਆਪਣਾ ਹੈਗਾ ਵੀ ਅਸੀਂ ਤੁਹਾਨੂੰ ਪੱਕੇ ਕਰ ਦਾਂਗੇ, ਤੁਹਾਨੂੰ ਉਹਨਾਂ ਦੇ ਹੀ ਲਾਰਿਆਂ ਨਾਲ ਅਸੀਂ ਹੁਣ ਤੱਕ ਇਹ ਟਾਈਮ ਕੱਟ ਚੁੱਕੇ। ਜਿਸ ਤਰ੍ਹਾਂ ਪੰਜਾਬੀ ਦਾ ਇੱਕ ਮੁਹਾਵਰਾ ਕਿ ਤੇਰੇ ਲਾਰੇ ਅੱਧੇ ਵਿਆਹੇ ਅੱਧੇ ਕੁਆਰੇ, ਉਹ ਗੱਲ ਹੋ ਗਈ ਹੈ? ਹਾਂਜੀ ਸਰ ਬਿਲਕੁਲ। ਤੇ ਆਖਰੀ ਅਪੀਲ ਕੀ ਕਰਨਾ ਚਾਹੋਗੇ ਮੁੱਖ ਮੰਤਰੀ ਨੂੰ? ਥੋੜਾ ਜਿਹਾ ਜੁਰਤ ਜੀ ਨਾਲ ਕਹਿ ਦਿਓ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਤਾਂ ਜਿਸ ਦਿਨ ਤੋਂ ਧਰਨਾ ਸਾਡਾ ਲੱਗਿਆ, ਅਸੀਂ ਤਾਂ ਉਸ ਦਿਨ ਤੋਂ ਅਪੀਲ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ, ਤੁਸੀਂ ਸਾਡਾ ਜਿਹੜਾ ਬਣਦਾ ਹੱਕ ਆ, ਜਿਹੜੇ ਸਾਡੇ ਜਿਹੜੇ ਬਣਦੇ ਜਾਇਜ਼ ਮੰਗਾਂ ਨੇ, ਉਹ ਸਾਡੀਆਂ ਤੁਰੰਤ ਪੂਰੀਆਂ ਕਰੋ, ਤਾਂ ਜੋ ਅਸੀਂ ਵੀ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਆਨੰਦ ਲੈ ਸਕੀਏ। ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਇਸ ਗੱਲ ਵਾਸਤੇ, ਇਸ ਹੱਕੀ ਮੰਗਾਂ ਵਾਸਤੇ ਟੇਬਲ ਟਾਕ ਨਹੀਂ ਕਰਦੇ, ਉਹਨਾਂ ਚਿਰ ਸ਼ਾਇਦ ਸਾਨੂੰ ਲੱਗਦਾ ਕਿ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਸੋ ਇਹ ਸਨ ਕੁਝ ਕੱਚੇ ਟੀਚਰ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ, ਪਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਹ ਪੱਕੇ ਕਰ ਦਿੱਤੇ ਗਏ ਨੇ, ਪਰ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਫਿਰ ਇੱਕ ਵਾਰੀ ਠੱਗਿਆ ਗਿਆ। ਇਹਨਾਂ ਨੇ ਭਰਵਾਂ ਕੱਟ ਰੱਖਿਆ ਪੰਜਾਬ ਦੇ ਵਿੱਚ। ਇਹਨਾਂ ਨੂੰ ਲੱਗਦਾ ਕਿ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਭਾਵੇਂ ਕਿ ਜਿਹੜੀਆਂ ਤਨਖਾਹਾਂ 'ਚ ਵਾਅਦਾ ਕੀਤਾ, ਇਹ ਥੋੜ੍ਹਾ ਧੰਨਵਾਦ ਜ਼ਰੂਰ ਕਰਦੇ ਨੇ ਸਰਕਾਰ ਦਾ, ਪਰ
ਖੁੱਲ੍ਹ ਕੇ ਕਹਿੰਦੇ ਅਸੀਂ ਧੰਨਵਾਦ ਉਦੋਂ ਹੀ ਕਰਾਂਗੇ ਜਦੋਂ ਇਹਨਾਂ ਨੂੰ ਪੱਕੇ ਆਰਡਰ ਦਿੱਤੇ ਜਾਣਗੇ। ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।